ਦੋਸਤੋ, ਗੌਰ ਕਰਿਓ ਕਿ ਕਈ ਵਾਰ ਅਸੀਂ ਆਪਣੇ ਚਮਕਦੇ ਸੁਪਨਿਆਂ ਦੇ ਪਿੱਛੇ ਭੱਜ ਲੈਂਦੇ ਹਾਂ, ਇਹ ਸੋਚ ਕੇ ਕਿ ਦੂਜੇ ਪਾਸੇ ਤਾਂ ਸੁੱਖ, ਖੁਸ਼ੀ ਤੇ ਕਾਮਯਾਬੀ ਦਾ ਖਜ਼ਾਨਾ ਮਿਲੇਗਾ। ਪਰ ਅਸਲ ਵਿੱਚ ਇਹਨਾਂ ਸੁਪਨਿਆਂ ਦੇ ਪਿੱਛੇ ਜਾਣਾ ਸਾਡੇ ਲਈ ਹਮੇਸ਼ਾ ਫਾਇਦੇਮੰਦ ਨਹੀਂ ਹੁੰਦਾ। ਜ਼ਿੰਦਗੀ ਦੇ ਕਈ ਪਲਾਂ ਵਿੱਚ ਜੋ ਕੁਝ ਵੀ ਸਾਡੇ ਕੋਲ ਹੈ, ਉਸ ਵਿੱਚ ਸੰਤੋਖ ਕਰਨ ਦੀ ਬਜਾਏ ਹੋਰ ਪਾਉਣ ਦੀ ਲਾਲਸਾ ਵਿੱਚ ਫਸ ਜਾਂਦੇ ਹਾਂ, ਕਿਉਂਕਿ ਕਈ ਵਾਰ ਜਿਹੜਾ ਰਾਹ ਸਾਨੂੰ ਦੌਲਤਮੰਦ ਹੋਣ ਦਾ ਮੌਕਾ ਦਿਖਾਉਂਦਾ ਹੈ, ਉਹ ਅਖੀਰ ਵਿੱਚ ਸਾਨੂੰ ਕਿਸੇ ਅਜਿਹੀ ਅਸਫਲਤਾ ਦੇ ਸਾਹਮਣੇ ਖੜਾ ਕਰ ਦਿੰਦਾ ਹੈ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਕਦੇ ਅਸੀਂ ਬਹੁਤੀ ਜ਼ਮੀਨ ਜਾਇਦਾਦ ਦੇ ਸੁਪਨੇ ਵੇਖਦੇ ਹਾਂ, ਕਦੇ ਕਿਸੇ ਵੱਡੇ ਮੌਕੇ ਦੀ ਭਾਲ ਵਿੱਚ ਰਹਿੰਦੇ ਹਾਂ, ਪਰ ਕੀ ਇਹ ਮੌਕੇ ਸਾਡੇ ਲਈ ਖੁਸ਼ੀ ਤੇ ਸ਼ਾਂਤੀ ਲਿਆਉਂਦੇ ਨੇ, ਜਾਂ ਫਿਰ ਇਹ ਇੱਕ ਉਹ ਲੰਮਾ ਰਾਹ ਬਣ ਜਾਂਦਾ ਹੈ ਜਿੱਥੇ ਅਸੀਂ ਆਪਣੀ ਸਾਰੀ ਤਾਕਤ ਲਗਾ ਬੈਠਦੇ ਹਾਂ ਤੇ ਹੱਥ ਸਾਡੇ ਕੁਝ ਵੀ ਨਹੀਂ ਲੱਗਦਾ। ਇਹ ਇੱਕ ਸਵਾਲ ਜ਼ਰੂਰ ਉੱਠਦਾ ਹੈ, ਪਰ ਜਵਾਬ ਅਜੇ ਵੀ ਇਸ ਕਹਾਣੀ ਦੇ ਅੰਤ ਵਿੱਚ ਲੁਕਿਆ ਹੈ। ਸੋ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ, ਸ਼ਾਇਦ ਇੱਕ ਅਜਿਹਾ ਸੱਚ ਮਿਲ ਜਾਵੇ ਜੋ ਜ਼ਿੰਦਗੀ ਭਰ ਤੁਹਾਡੇ ਕੰਮ ਆਵੇ। ਇਸ ਤੋਂ ਪਹਿਲਾਂ ਕਿ ਇਸ ਵੀਡੀਓ ਨੂੰ ਸੁਣਨ ਵਿੱਚ ਗਵਾਚ ਜਾਓ, ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਆਓ ਹੁਣ ਅੱਜ ਦੀ ਇਹ ਕਹਾਣੀ ਸ਼ੁਰੂ ਕਰਦੇ ਹਾਂ। ਇੱਕ ਵਾਰ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਆਇਆ। ਉਹ ਸੰਨਿਆਸੀ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕਿਆ ਸੀ। ਗੱਲਬਾਤ ਕਰਦਿਆਂ ਸੰਨਿਆਸੀ ਨੇ ਉਸ ਆਦਮੀ ਨੂੰ ਕਿਹਾ ਕਿ ਕੀ ਤੂੰ ਇਹ ਛੋਟੀ-ਮੋਟੀ ਖੇਤੀ ਕਰਦਾ ਰਹਿੰਦਾ ਹੈ? ਜਦੋਂ ਮੈਂ ਦੂਸਰੇ ਦੇਸ਼ਾਂ ਦੀ ਯਾਤਰਾ ਤੇ ਨਿਕਲਿਆ ਸੀ ਤਾਂ ਮੈਂ ਵੇਖਿਆ ਕਿ ਉੱਥੇ ਜ਼ਮੀਨ ਇੰਨੀ ਸਸਤੀ ਹੈ ਕਿ ਲਗਭਗ ਮੁਫਤ ਵਿੱਚ ਹੀ ਮਿਲ ਜਾਂਦੀ ਹੈ। ਤੂੰ ਇੱਥੋਂ ਜ਼ਮੀਨ ਵੇਚ ਕੇ ਉਸ ਦੇਸ਼ ਵਿੱਚ ਕਿਉਂ ਨਹੀਂ ਚਲਿਆ ਜਾਂਦਾ? ਉੱਥੇ ਤੈਨੂੰ ਇੱਥੋਂ ਦੀ ਜ਼ਮੀਨ ਦੇ ਬਦਲੇ ਹਜ਼ਾਰਾਂ ਏਕੜ ਜ਼ਮੀਨ ਮਿਲ ਜਾਵੇਗੀ। ਉੱਥੇ ਜਾ ਕੇ ਖੇਤੀਬਾੜੀ ਕਰ। ਉੱਥੇ ਦੀ ਜ਼ਮੀਨ ਬਹੁਤ ਹੀ ਉਪਜਾਊ ਵੀ ਹੈ ਤੇ ਉੱਥੋਂ ਦੇ ਲੋਕ ਇੰਨੇ ਸਿੱਧੇ ਸਾਦੇ ਨੇ ਕਿ ਉਹ ਤੈਨੂੰ ਮੁਫਤ ਵਿੱਚ ਹੀ ਜ਼ਮੀਨ ਦੇ ਦੇਣਗੇ। ਬਸ ਫਿਰ ਕਿਸੇ ਉਸ ਬੰਦੇ ਦੇ ਮਨ ਵਿੱਚ ਲਾਲਚ ਨੇ ਜਨਮ ਲੈ ਲਿਆ ਤੇ ਦੂਜੇ ਹੀ ਦਿਨ ਉਸਨੇ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਤੇ ਪਰਦੇਸ ਨੂੰ ਜਾਣ ਦਾ ਰਾਹ ਫੜ ਲਿਆ। ਜਦੋਂ ਉੱਥੇ ਪਹੁੰਚਿਆ ਤਾਂ ਉਸ ਸੰਨਿਆਸੀ ਦੀ ਗੱਲ ਪੂਰੀ ਤਰ੍ਹਾਂ ਸੱਚ ਲੱਗੀ। ਉੱਥੇ ਦੇ ਲੋਕ ਸੱਚੀ ਬਹੁਤ ਸਿੱਧੇ ਸਾਦੇ ਸੀ। ਉਸ ਆਦਮੀ ਨੇ ਉੱਥੇ ਦੇ ਲੋਕਾਂ ਨੂੰ ਕਿਹਾ ਕਿ ਮੈਂ ਇੱਥੇ ਜ਼ਮੀਨ ਖਰੀਦਣ ਲਈ ਆਇਆ ਹਾਂ। ਤਾਂ ਉਹਨਾਂ ਨੇ ਜਵਾਬ ਦਿੱਤਾ, ਇੱਥੇ ਜ਼ਮੀਨ ਖਰੀਦਣ ਦਾ ਇੱਕੋ ਹੀ ਤਰੀਕਾ ਹੈ ਕਿ ਜਿੰਨੇ ਵੀ ਪੈਸੇ ਤੁਸੀਂ ਆਪਣੇ ਨਾਲ ਲੈ ਕੇ ਆਏ ਹੋ ਉਹ ਇੱਥੇ ਰੱਖ ਦਿਓ ਤੇ ਕੱਲ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇੱਥੇ ਆ ਜਾਇਓ। ਸੂਰਜ ਚੜ੍ਹਦੇ ਹੀ ਤੁਸੀਂ ਜ਼ਮੀਨ ਘੇਰਨ ਲਈ ਨਿਕਲ ਜਾਇਓ ਤੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਤੁਸੀਂ ਇੱਥੇ ਹੀ ਵਾਪਸ ਆ ਜਾਓ। ਜਿੱਥੋਂ ਤੁਸੀਂ ਸ਼ੁਰੂ ਕਰੋਗੇ ਤੇ ਜਿੰਨੀ ਤੁਸੀਂ ਜ਼ਮੀਨ ਘੇਰ ਸਕਦੇ ਹੋ ਘੇਰ ਲਿਓ। ਜਿੰਨਾ ਤੁਸੀਂ ਬਗਲਦੇ ਜਾਓਗੇ ਉਨੀ ਜ਼ਮੀਨ ਤੁਹਾਡੀ ਹੁੰਦੀ ਜਾਏਗੀ। ਪਰ ਇੱਕ ਸ਼ਰਤ ਪੱਕੀ ਹੈ, ਧਿਆਨ ਰੱਖਿਓ ਕਿ ਸੂਰਜ ਡੁੱਬਣ ਤੋਂ ਪਹਿਲਾਂ ਜਿੱਥੋਂ ਸ਼ੁਰੂ ਕੀਤਾ ਉੱਥੇ ਹੀ ਵਾਪਸ ਖਤਮ ਕਰਨਾ ਹੋਵੇਗਾ। ਉਹ ਆਦਮੀ ਸਾਰੀ ਰਾਤ ਸੌ ਨਹੀਂ ਸਕਿਆ। ਖੁਸ਼ੀ ਨਾਲ ਝੂਮਦਾ ਰਿਹਾ ਕਿ ਕੱਲ ਨੂੰ ਤਾਂ ਮਾਲਾ ਮਾਲ ਹੋ ਜਾਵਾਂਗੇ। ਸਾਰੀ ਰਾਤ ਉਹ ਯੋਜਨਾ ਬਣਾਉਂਦਾ ਰਿਹਾ ਕਿ ਕਿੰਨੀ ਜ਼ਮੀਨ ਘੇਰੇਗਾ। ਸਵੇਰੇ ਜਦੋਂ ਸੂਰਜ ਚੜ੍ਹਿਆ ਉਹ ਆਦਮੀ ਦੌੜ ਪਿਆ, ਨਾਲ ਰੋਟੀ ਵੀ ਲੈ ਲਈ ਤੇ ਪਾਣੀ ਵੀ। ਸਾਰਾ ਪਿੰਡ ਇਕੱਠਾ ਹੋ ਗਿਆ ਤੇ ਉਹ ਦੌੜਿਆ। ਉਸਨੇ ਸੋਚਿਆ ਕਿ ਚਲਦਿਆਂ ਚਲਦਿਆਂ ਖਾ ਲਵਾਂਗਾ, ਪੀ ਲਵਾਂਗਾ, ਰੁਕ ਕੇ ਖਾਣ ਦਾ ਕੀ ਫਾਇਦਾ, ਸਮਾਂ ਹੀ ਖਰਾਬ ਹੋਵੇਗਾ। ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਚੋਂ ਘੇਰਨੀ ਸੀ। ਤੁਰਨਾ ਵੀ ਕੀ ਸੀ, ਬਸ ਭੱਜਣਾ ਸੀ। ਤੁਰਨ ਨਾਲ ਅੱਧੀ ਜ਼ਮੀਨ ਮਿਲੇਗੀ ਤੇ ਦੌੜਨ ਨਾਲ ਦੁੱਗਣੀ। ਉਸਨੇ ਸੋਚਿਆ ਉਧਰੋਂ 12 ਵਜੇ ਵਾਪਸੀ ਸ਼ੁਰੂ ਕਰ ਲਵੇਗਾ ਤਾਂ ਕਿ ਸਹੀ ਸਮੇਂ ਤੇ ਵਾਪਸ ਪਹੁੰਚ ਸਕੇ। 12 ਵੱਜ ਗਏ, 1 ਵੀ ਵੱਜ ਗਿਆ। ਉਹ ਕਈ ਮੀਲ ਚੱਲ ਚੁੱਕਾ ਸੀ। ਨਾ ਲਾਲਚ ਦਾ ਅੰਤ ਹੋ ਰਿਹਾ ਸੀ ਤੇ ਨਾ ਹੀ ਉਪਜਾਊ ਤੇ ਕੀਮਤੀ ਜ਼ਮੀਨ ਦਾ। ਉਹ ਸੋਚ ਰਿਹਾ ਸੀ ਕਿ ਇੱਕ ਦਿਨ ਦੀ ਹੀ ਤਾਂ ਗੱਲ ਹੈ, ਅੱਜ ਦੀ ਹੀ ਤਾਂ ਮਿਹਨਤ ਹੈ, ਫਿਰ ਬਹੁਤ ਜ਼ਿਆਦਾ ਜ਼ਮੀਨ ਹੋਵੇਗੀ। ਉਹਨੇ ਨਾ ਰੋਟੀ ਖਾਧੀ ਤੇ ਨਾ ਹੀ ਪਾਣੀ ਪੀਤਾ। ਬਸ ਉਪਜਾਊ ਜ਼ਮੀਨ ਵੇਖ ਕੇ ਉਹ ਦੌੜਦਾ ਹੀ ਗਿਆ। ਰੋਟੀ ਖਾਂਦਾ ਵੀ ਤਾਂ ਕਿਵੇਂ ਖਾਂਦਾ,
उन्नी जमीन का नुकसान जो हो जाता। सारी जिंदगी रोटी तो खानी है, पानी ही तो पीना है, पींदे रहांगे। अखीर उसने रोटी भी सुट दी ते पानी भी थोड़ा बहुता पी के डोल दिता। 2 भी वज गए। हुण उसनूं याद आया कि वापस तो जाना है उस जगह ते जिथों शुरू किया सी। वापस जाने ली हिम्मत बची ही नहीं। हुण घबराहट होने लगी। उसने सारा जोर लगा दिता वापस मुड़न विच, पर ताकत खत्म होने के करीब सी। वह सौ साई हो रहा सी, घबरा रहा सी, सोच रहा सी कि सूरज डुब्बन तो पहला पहुंच पावांगा या नहीं। वह पागल होकर भज्या, सब कुछ दाह ते ला के भज्या। उधर सूरज डुब्बन लगा। पिंड की वह हद ज्यादा दूर नहीं सी रही जिथों उसने शुरू की सी। पिंड के लोग भी हुण दिख रहे सी। वह आवाज़ां मार रहे सी, हौसला वधा रहे सी। आ जाओ, आ जाओ, लै जाओ सारी जमीन, छू लो इस रेखा नूं जिथों शुरू करी सी। उस बंदे ने सारा दम लगा दिता। वह भज्या, जी जान लगा के भज्या। सूरज डुब रहा सी। सूरज डुबते डुबते किनारे ते आ गया। दूसरे पासे वह बंदा उस रेखा के कोल पहुंच गया। बस 5-7 गज की ही दूरी बची सी कि वह बंदा साह चढ़न के कारण निढाल होकर डिग पिया। जिवें तिवें किसते किसते उसने अपना हाथ उस रेखा पर रखा, पर अफसोस सूरज डुब चुकिया सी। जिवें ही सूरज डुब्या उस बंदे के साह भी डुब गए। शायद उसनूं दिल का दौरा पै गया सी। उसकी मौत हो गई। पिंड के लोग जोर जोर नाल हसन लगे ते कहन लगे कि पता नहीं कित्थों आ जाते ने ये पागल लोग, ये आउंदे ही रहणगे ते इसे तरह मरते ही रहणगे। हाले तक इहो जिहा कोई आदमी नहीं आया जो जमीन नूं घेर के जमीन का मालक बन गया होवे। सब आउंदे ने लालच लैके ते सब कुछ दाह ते लगा के इत्थे ही खत्म हो जाता है। सब आउंदे ने लालच लैके ते सब कुछ दाह ते लगा के इत्थे ही खत्म हो जाते ने। दोस्तों, एक कहानी साडी कहानी है, साडी जिंदगी की कहानी है। यही तो असी सब कर रहे हाँ, दौड़ रहे हाँ कि किन्नी जमीन घेर लईए। 12 भी वज जाते ने, 2 भी वज जाते ने, वापस जान दा समा भी हो जाता है। न भुख की फिक्र है, न प्यास की फिक्र। जीवन का समा ही कित्थे। पहला जमीन घेर लईए, तिजोरियां तो भर लईए, बैंक विच रुपए तो इकट्ठे कर लईए, फिर जी लवांगे। पर अफसोस कोई इंसान जियो नहीं पाउंदा। जीण लई कुछ शांति चाहिए है, जीण लई कुछ समझ चाहिए है। जीवन मुफ्त विच नहीं मिलता। जीवन नूं जीण लई बोध चाहिए है। किसी ने सोना क्या है कि जिंदगी एक पल है जिस विच ना अज है ते ना ही कल। जी लो इस नूं सोच के, ये साडे जीवन का सब तो सोना फल है। दोस्तों, यह भी सच है कि कई बार मेहनत ते संघर्ष ही साडे लई मान ते सफलता लियाउंदे ने। पर कई बार यह दौड़ सानू किसी अजिहे मोड़ ते लिया खड़ाउंदी है जिथे असी खुद नूं गंवा बैठते हाँ। इस कहानी की मूल सिक्ख्या यह है कि लालच कदे भी खुशी नहीं लिया सकता। जिंदगी की असल खूबसूरती उस विच हुंदी है जो साडे कोल है, उन्हां रिश्तियां विच, उन्हां पलां विच जो सानू रोज मिलते हैं। असी कदे भी इस गल नूं नज़रअंदाज नहीं कर सकते कि सच्चा संतोख हमेशा हालातां विच नहीं सगों साडी सोच विच हुंदा है। किसी ने सच ही कहा कि जिहड़ा बंदा लालच विच फस जाता है वह अपने असल तो दूर हो जाता है। इसलिए यह संकेत साडे लिए ही है। असी कुछ रुक के सोचीए कि असी की गवा रहे हाँ ते की हासिल कर रहे हैं। सो मैनूं उम्मीद है कि इस कहानी विचली डूंगी सिक्ख्या तुहाडे जीवन के हर मोड़ ते तुहानूं याद आवेगी। मैं इसे तरह ज्ञान वालियां वीडियो लिआउंदा रहांगा। सो जुड़े रहो रूहानी ज्ञान के नाल। फिर मिलांगे, तद तक लिए अपना ख्याल रखना। रब राखा।